ਪ੍ਰਾਈਮ ਇਤਾਲੀਆ ਚੈਨਲ 'ਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇੱਕ ਵਾਰ ਫਿਰ ਹਾਜ਼ਰ ਹਾਂ ਅੱਜ ਦੀਆਂ ਕੁਝ ਖਾਸ ਨਿਊਜ਼ ਲੈ ਕੇ। ਇਸ ਤੋਂ ਪਹਿਲਾਂ ਕਿ ਆਪਾਂ ਵੀਡੀਓ ਸ਼ੁਰੂ ਕਰੀਏ, ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਜਾਂ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰ ਲਓ, ਕਿਉਂਕਿ ਇਸ ਤਰ੍ਹਾਂ ਜਦੋਂ ਵੀ ਅਸੀਂ ਨਵੀਂ ਵੀਡੀਓ ਅਪਲੋਡ ਕਰਾਂਗੇ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇਗੀ। ਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀਆਂ ਕੁਝ ਖਾਸ ਨਿਊਜ਼। ਸਭ ਤੋਂ ਪਹਿਲਾਂ ਦੇਖਦੇ ਹਾਂ ਇਟਲੀ ਵਿੱਚ ਪਿਛਲੇ 24 ਘੰਟਿਆਂ ਦੇ ਦੌਰਾਨ ਕਿੰਨੇ ਕੇਸਿਸ ਆਏ ਹਨ। ਇਟਲੀ ਦੇ ਵਿੱਚ ਪਿਛਲੇ 24 ਘੰਟਿਆਂ ਦੇ ਦੌਰਾਨ 4257 ਕੇਸਿਸ ਆਏ ਹਨ ਤੇ 53 ਡੈਥ ਹੋਈਆਂ ਹਨ। ਤੇ ਸਭ ਤੋਂ ਜ਼ਿਆਦਾ ਜਿਹੜੀ ਇਨਫੈਕਸ਼ਨ ਕੇਸਿਸ ਹੈਗੇ ਆ ਉਹ ਸਿਚੀਲੀਆ ਦੇ ਵਿੱਚ ਹੀ ਆ ਰਹੇ। ਤੇ ਜੇਕਰ ਆਪਾਂ ਇਟਲੀ ਦੇ ਵਿੱਚ ਪੋਜ਼ਿਟਿਵਿਟੀ ਰੇਟ ਦੀ ਗੱਲ ਕਰੀਏ ਤਾਂ ਪੋਜ਼ਿਟਿਵਿਟੀ ਰੇਟ 3.9% ਚੱਲ ਰਿਹਾ ਹੈ ਤੇ ਪਿਛਲੇ 24 ਘੰਟਿਆਂ ਦੇ ਦੌਰਾਨ 3854 ਜਿਹੜੇ ਪੇਸ਼ੈਂਟਸ ਇਸ ਬਿਮਾਰੀ ਤੋਂ ਰਿਕਵਰ ਹੋਏ ਹਨ ਤੇ ਸਿਚੀਲੀਆ ਯੈਲੋ ਜ਼ੋਨ ਦੇ ਵਿੱਚ ਪਹੁੰਚ ਚੁੱਕਾ ਹੈ। ਸਿਚੀਲੀਆ ਦੇ ਵਿੱਚ ਪਿਛਲੇ 24 ਘੰਟਿਆਂ ਦੇ ਦੌਰਾਨ 1600 ਕੇਸਿਸ ਆਏ ਹਨ ਤੇ ਕੱਲ੍ਹ ਤੋਂ ਜਿਹੜਾ ਗ੍ਰੀਨ ਪਾਸ ਓਬਲੀਗਾਟੋਰੀਓ ਕਰ ਦਿੱਤਾ ਜਾਵੇਗਾ ਤੇ ਇਹ ਸਾਰੀਆਂ ਟ੍ਰੇਨਾਂ ਦੇ ਵਿੱਚ ਫੈਰੀਜ਼, ਏਅਰਪਲੇਨਸ, ਸਕੂਲਸ ਤੇ ਯੂਨੀਵਰਸਿਟੀਜ਼ ਦੇ ਵਿੱਚ ਜ਼ਰੂਰੀ ਹੋ ਜਾਵੇਗਾ। ਤੇ ਇਸ ਤੋਂ ਬਾਅਦ ਕੱਲ੍ਹ ਯਾਨੀ ਕਿ 1 ਸਤੰਬਰ ਨੂੰ ਗ੍ਰੀਨ ਪਾਸ ਦਾ ਜਿਹੜਾ ਵਿਰੋਧ ਕਰ ਰਹੇ ਹਨ ਲੋਕੀ ਹਨ ਇਟਲੀ ਦੇ ਵਿੱਚ 54 ਸਿਟੀਜ਼ ਦੇ ਵਿੱਚ ਇਹਨਾਂ ਲੋਕਾਂ ਦੇ ਦੁਆਰਾ ਗ੍ਰੀਨ ਪਾਸ ਦਾ ਵਿਰੋਧ ਦੇ ਵਿੱਚ ਪ੍ਰੋਟੈਸਟ ਕੀਤਾ ਜਾਵੇਗਾ ਤੇ ਇਸ ਦੇ ਵਿਰੋਧ ਦੇ ਵਿੱਚ ਰੇਲਵੇ ਜਿਹੜੇ ਸਟੇਸ਼ਨਸ ਹੈਗੇ ਆ ਉਸ ਨੂੰ ਬਲੌਕ ਕੀਤਾ ਜਾਵੇਗਾ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਇਟਲੀ ਦੇ ਕੋਨੈਂਸ਼ਾ ਪ੍ਰਵਿੰਚੇਤ ਵਿੱਚੋਂ। ਕੋਨੈਂਸ਼ਾ ਦੇ ਵਿੱਚ ਜਿਹੜਾ RSA ਹੈ ਜਿਸ ਦੇ ਵਿੱਚ ਐਲਡਰਲੀ ਲੋਕ ਯਾਨੀ ਕਿ ਬਜ਼ੁਰਗ ਲੋਕਾਂ ਨੂੰ ਰੱਖਿਆ ਜਾਂਦਾ ਹੈ, ਉਸ ਦੇ ਵਿੱਚ 49 ਜਿਹੜੇ ਲੋਕੀ ਹੈਗੇ ਆ ਉਹਨਾਂ ਨੂੰ ਪੋਜ਼ੀਟਿਵ ਵਾਇਰਸ ਦੇ ਨਾਲ ਪੋਜ਼ੀਟਿਵ ਪਾਇਆ ਗਿਆ ਹੈ। ਇਹਨਾਂ ਦੇ ਵਿੱਚੋਂ 13 ਉੱਥੇ ਦੇ ਆਪਰੇਟਰਸ ਤੇ 36 ਜਿਹੜੇ 36 ਹੋਰ ਲੋਕੀ ਹਨ ਤੇ ਇਹਨਾਂ ਦੇ ਵਿੱਚ ਕੋਵਿਡ ਦੇ ਸਿੰਪਟਮਸ ਦੇਖੇ ਗਏ ਹਨ। ਫਿਲਹਾਲ ਇਹਨਾਂ ਦੇ ਖਾਸ ਜਿਹੜੇ ਸਿੰਪਟਮ ਜ਼ਿਆਦਾ ਸਵੀਅਰ ਨਹੀਂ ਹੈ ਕਿਉਂਕਿ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਸਟਾਫ ਤੇ ਜਿਹੜੇ ਹੋਰ ਲੋਕੀ ਹੈਗੇ ਵਿੱਚ ਰਹਿ ਰਹੇ ਹਨ ਉਹਨਾਂ ਨੇ ਕੁਝ ਟਾਈਮ ਪਹਿਲਾਂ ਹੀ ਵੈਕਸੀਨ ਲਈ ਸੀ। ਤੇ ਬਾਕੀ ਕੋਨੈਂਸ਼ਾ ਦੀ ਹੈਲਥ ਅਥਾਰਟੀ ਨੇ ਉਸ RSA ਦੇ ਵਿੱਚ ਆਪਣੇ ਹੈਲਥ ਵਰਕਰਸ ਭੇਜੇ ਹਨ ਤਾਂ ਕਿ ਸਹੀ ਸਥਿਤੀ ਦਾ ਜਾਇਜ਼ਾ ਲਿਆ ਜਾ ਸਕੇ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕਿ ਇਟਲੀ ਦੇ 5 ਰੀਜਨਸ ਐਮੀਲੀਆ ਰੋਮਾਨੀਆ, ਫ੍ਰੀਉਲੀ ਵੈਨੇਜ਼ੀਆ ਜੂਲੀਆ, ਪੀਮੋਂਤੀ, ਸਰਦੇਨੀਆ ਤੇ ਸਿਚੀਲੀਆ ਦੇ ਵਿੱਚ ਜਿਹੜੇ ਇੰਟੈਂਸਿਵ ਕੇਅਰ ਦੇ ਵਿੱਚ ਪੇਸ਼ੈਂਟਸ ਜਿਹੜੇ ਰਾਈਜ਼ ਹੋ ਰਹੇ ਹਨ ਯਾਨੀ ਕਿ ਉਹਦੇ ਵਿੱਚ ਪੇਸ਼ੈਂਟਸ ਦੀ ਗਿਣਤੀ ਵੱਧ ਰਹੀ ਹੈ। ਇਹਨਾਂ ਦੇ ਵਿੱਚੋਂ ਸਿਚੀਲੀਆ ਪਹਿਲਾਂ ਹੀ ਯੈਲੋ ਜ਼ੋਨ ਦੇ ਵਿੱਚ ਜਾ ਚੁੱਕਾ ਹੈ ਤੇ ਅੱਗੇ ਵੀ ਡਾਟਾ ਜੇਕਰ ਇਸ ਤਰ੍ਹਾਂ ਹੀ ਵੱਧਦਾ ਗਿਆ ਤਾਂ ਇਹ ਰੀਜਨਸ ਹੈਗੇ ਆ ਇਹ ਵੀ ਯੈਲੋ ਜ਼ੋਨ ਦੇ ਵਿੱਚ ਜਾ ਸਕਦੇ ਹਨ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਇਜ਼ਰਾਈਲ ਤੋਂ। ਇਜ਼ਰਾਈਲ ਦੇ ਵਿੱਚ ਵੀ ਪਿਛਲੇ 24 ਘੰਟਿਆਂ ਦੇ ਦੌਰਾਨ ਹਾਈਐਸਟ ਨੰਬਰ ਆਫ ਇਨਫੈਕਸ਼ਨਸ ਕੇਸਿਸ ਪਾਏ ਗਏ ਹਨ ਤੇ ਜਿਹੜੇ 24 ਘੰਟੇ ਦੇ ਦੌਰਾਨ ਉੱਥੇ 11000 ਕੇਸਿਸ ਆਏ ਹਨ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਪਾਦੂਆ ਤੋਂ। ਪਾਦੂਆ ਦੇ ਵਿੱਚ ਇੱਕ 58 ਸਾਲ ਦਾ ਪੁਲਿਸਮੈਨ ਇੱਕ ਪੁਲਿਸ ਦੇ ਵਿੱਚ ਕੰਮ ਕਰਨ ਵਾਲਾ ਵਰਕਰ ਸੀ ਜਿਸ ਦੀ ਕਿ ਕੋਵਿਡ ਦੇ ਨਾਲ ਮੌਤ ਹੋ ਗਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਜੁਲਾਈ ਮੰਥ ਦੇ ਵਿੱਚ ਉਹ ਕਰੋਨਾ ਵਾਇਰਸ ਦੇ ਨਾਲ ਇਨਫੈਕਟਡ ਹੋਇਆ ਸੀ ਤੇ ਕਾਫੀ ਜ਼ਿਆਦਾ ਉਸ ਦੀ ਕੇਅਰ ਹੋਈ, ਕਾਫੀ ਜ਼ਿਆਦਾ ਉਹਦਾ ਟ੍ਰੀਟਮੈਂਟ ਕੀਤਾ ਗਿਆ ਪਰ ਉਸ ਨੂੰ ਨਹੀਂ ਬਚਾਇਆ ਜਾ ਸਕਿਆ ਤੇ ਉਸ ਦੀ ਮੌਤ ਹੋ ਗਈ। ਤੇ ਉਸ ਦੀ ਜਿਹੜੀ ਪਾਰਟਨਰ ਸੀ ਉਸਨੇ ਨਿਊਜ਼ ਦੇ ਵਿੱਚ ਦੱਸਿਆ ਹੈ ਕਿ ਉਸਦੇ ਹਸਬੈਂਡ ਜਿਹੜਾ ਸੀ ਉਹ ਉਸ ਨੂੰ ਕਹਿੰਦਾ ਸੀਗਾ ਕਿ ਉਹ ਵੈਕਸ ਜਿਹੜਾ ਮਤਲਬ ਕਿ ਉਹ ਨੋ ਵੈਕਸ ਨੂੰ ਫੋਲੋ ਕਰਦਾ ਸੀ, ਉਹ ਵੈਕਸੀਨ ਦੇ ਵਿੱਚ ਵਿਸ਼ਵਾਸ ਨਹੀਂ ਰੱਖਦਾ ਸੀ ਤੇ ਉਹ ਉਸਨੂੰ ਹਮੇਸ਼ਾ ਕਹਿੰਦਾ ਸੀਗਾ ਕਿ ਉਹ ਵੈਕਸੀਨ ਦੇ ਨਾਲੋਂ ਜ਼ਿਆਦਾ ਸਟਰੋਂਗਰ ਹੈ, ਵਾਇਰਸ ਨਾਲੋਂ ਜ਼ਿਆਦਾ ਸਟਰੋਂਗਰ ਹੈ ਤੇ ਅੰਤ ਪਰ ਉਸ ਦੀ ਮੌਤ ਜਿਹੜੀ ਹੈਗੀ ਇਸੇ ਵਾਇਰਸ ਦੇ ਨਾਲ ਹੋ ਗਈ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਪਲੈਰਮੋ ਤੋਂ। ਪਲੈਰਮੋ ਦੇ ਵਿੱਚ ਅੱਜ ਸਵੇਰੇ ਇੱਕ 3.6 ਮੈਗਨੀਟਿਊਡ ਦਾ ਭੂਚਾਲ ਆਇਆ। ਪਲੈਰਮੋ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਹੈ ਕਿ ਇਹ ਇੱਕ ਛੋਟਾ ਜਿਹਾ ਭੂਚਾਲ ਸੀ ਪਰ ਬਹੁਤ ਹੀ ਜ਼ਬਰਦਸਤ ਸੀ ਤੇ ਇਹ ਭੂਚਾਲ ਲਗਭਗ 6:14 ਤੇ ਆਇਆ ਤੇ ਇਸ ਦੀ ਭੂਚਾਲ ਦੀ ਤੀਬਰਤਾ ਦੇ ਨਾਲ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇਸ ਦਾ ਅਸਰ ਦੇਖਣ ਨੂੰ ਮਿਲਿਆ ਪਰ ਖੁਸ਼ਕਿਸਮਤੀ ਨਾਲ ਭੂਚਾਲ ਦੇ ਨਾਲ ਕਿਸੇ ਨੂੰ ਕੋਈ ਸੱਟ ਨਹੀਂ ਲੱਗੀ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਤੋਰੀਨੋ ਤੋਂ। ਤੋਰੀਨੋ ਦੇ ਰਿਵੋਲੀ ਇਲਾਕੇ ਦੇ ਵਿੱਚ 5 ਕਾਰਾਂ ਦੀ ਆਪਸ ਦੇ ਵਿੱਚ ਟੱਕਰ ਹੋਣ ਦੇ ਨਾਲ ਇੱਕ ਔਰਤ ਦੀ ਮੌਤ ਹੋ ਗਈ ਹੈ ਤੇ ਉਸ ਦੀ ਜਿਹੜੀ ਨਾਲ ਬੱਚੀ ਸੀ 16 ਸਾਲ ਦੀ ਉਸ ਦੀ ਹਾਲਤ ਕਾਫੀ ਜ਼ਿਆਦਾ ਸੀਰੀਅਸ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਹ ਰੋਡ ਐਕਸੀਡੈਂਟ ਅੱਜ ਸਵੇਰੇ ਤੋਰੀਨੋ ਦੀ ਸੜਕ 'ਤੇ ਇੱਕ ਬਸਤਰਾਦੇ 'ਤੇ ਹੋਇਆ ਜਿਹੜਾ ਕਿ ਇੱਕ ਰੋਤੈਂਦੇ 'ਤੇ ਜਿਹੜਾ ਕਿ ਕੋਰਸੋ ਲੇਵੀ ਤੇ ਵੀਆ ਰਿਵਾਲਤਾ ਦੇ ਵਿਚਕਾਰ ਸੀ ਤੇ ਇਸ ਦੇ ਵਿਚਕਾਰ ਜਿਹੜੇ ਵਹੀਕਲ ਸੀ 5 ਗੱਡੀਆਂ ਸੀ ਇਹਨਾਂ ਦੀ ਆਪਸੀ ਵਿੱਚ ਟੱਕਰ ਹੋਣ ਦੇ ਨਾਲ ਇਸ ਦੇ ਵਿੱਚ 43 ਸਾਲਾਂ ਦੀ ਜਿਹੜੀ ਔਰਤ ਸੀ ਉਸਨੇ ਆਪਣੀ ਜ਼ਿੰਦਗੀ ਗਵਾ ਲਈ ਤੇ ਉਸ ਦੇ ਨਾਲ ਜਿਹੜੀ ਉਸ 16 ਸਾਲ ਦੀ ਬੇਟੀ ਸੀ ਉਸ ਦੀ ਹਾਲਤ ਬਹੁਤ ਜ਼ਿਆਦਾ ਸੀਰੀਅਸ ਹੈ ਤੇ ਉਸ ਨੂੰ ਤੋਰੀਨੋ ਦੇ ਹਸਪੀਟਲ ਦੇ ਵਿੱਚ ਐਡਮਿਟ ਕਰਵਾ ਦਿੱਤਾ ਗਿਆ ਹੈ ਤੇ ਇਸ ਇੰਸੀਡੈਂਟ ਦੀ ਜਿਹੜੀ ਉੱਥੇ ਦੀ ਲੋਕਲ ਪੁਲਿਸ ਹੈ ਰਿਵੋਲੀ ਦੀ ਉਸ ਦੇ ਦੁਆਰਾ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਐਕਸੀਡੈਂਟ ਦੇ ਵਿੱਚ ਹੋਰ ਜਿਹੜੀਆਂ ਗੱਡੀਆਂ ਸੀ ਉਹਨਾਂ ਦੇ ਵਿੱਚ ਜਿਹੜੇ
ਜਿਹੜੇ ਡਰਾਈਵਰ ਸੀ, ਜਿਹੜੇ ਵਿਅਕਤੀ ਸੀ, ਉਹਨਾਂ ਦੀ ਹਾਲਤ ਠੀਕ ਹੈ, ਅਤੇ ਕੁਛ ਨੂੰ ਉਸੇ ਟਾਈਮ ਉਸੇ ਔਨ ਦੀ ਸਪੋਟ ਉਹਨਾਂ ਨੂੰ ਠੀਕ ਮਤਲਬ ਕਿ ਦੇ ਦਿੱਤੀ ਗਈ, ਉਹਨਾਂ ਨੂੰ ਫਸਟ ਏਡ ਦੇ ਦਿੱਤੀ ਗਈ, ਅਤੇ ਬਾਕੀ ਵੀ ਜਿਹੜੇ ਸਾਰੇ ਠੀਕ ਹੈ। ਅਤੇ ਇਹ ਜਿਹੜੀ ਔਰਤ ਸੀ ਉਸ ਦੀ ਅਤੇ ਉਸ ਡੈਥ ਹੋ ਗਈ, ਅਤੇ ਉਸ ਦੀ ਜਿਹੜੀ ਬੱਚੀ ਸੀ 16 ਸਾਲਾਂ ਦੀ, ਉਸ ਦੀ ਹਾਲਤ ਜ਼ਿਆਦਾ ਸੀਰੀਅਸ ਦੱਸੀ ਜਾ ਰਹੀ ਹੈ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਸਾਊਦੀ ਅਰਬ ਤੋਂ। ਸਾਊਦੀ ਅਰਬ ਦੇ ਦੱਖਣ ਪੱਛਮ ਦੇ ਵਿੱਚ ਸਥਿਤ ਇੱਕ ਏਅਰਪੋਰਟ ਉੱਤੇ ਬੰਬਾਂ ਦੇ ਨਾਲ ਭਰੇ ਡਰੋਨ ਦੇ ਨਾਲ ਹਮਲਾ ਕੀਤਾ ਗਿਆ ਹੈ, ਅਤੇ ਇਸ ਹਮਲੇ ਦੇ ਵਿੱਚ 8 ਲੋਕ ਜ਼ਖਮੀ ਹੋ ਗਏ ਹਨ, ਅਤੇ ਏਅਰਪੋਰਟ 'ਤੇ ਖੜ੍ਹੇ ਯਾਤਰੀ ਜਹਾਜ਼ ਨੂੰ ਨੁਕਸਾਨ ਪਹੁੰਚਿਆ ਹੈ। ਅਤੇ ਸਾਊਦੀ ਅਰਬ ਦੀ ਸਰਕਾਰੀ ਟੈਲੀਵਿਜ਼ਨ ਨੇ ਇਹ ਜਾਣਕਾਰੀ ਦਿੱਤੀ ਹੈ। ਅਤੇ ਪਿਛਲੇ 24 ਘੰਟਿਆਂ ਦੇ ਦੌਰਾਨ ਸਾਊਦੀ ਅਰਬ ਦੇ ਇਸ ਏਅਰਪੋਰਟ 'ਤੇ ਹੋਇਆ ਹਮਲਾ ਇਹ ਦੂਜਾ ਹਮਲਾ ਹੈ। ਇਸ ਤੋਂ ਪਹਿਲਾਂ ਏਅਰਪੋਰਟ 'ਤੇ ਹੋਏ ਹਮਲੇ ਦੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ। ਦੱਸਿਆ ਜਾ ਰਿਹਾ ਹੈ ਕਿ ਯਮਨ ਦੇ ਨਾਲ ਇਸ ਯੁੱਧ ਦੇ ਵਿੱਚ ਸਾਊਦੀ ਅਰਬ ਦੇ ਜਿਹੜੇ ਏਅਰਪੋਰਟ 'ਤੇ ਕੀਤਾ ਗਿਆ ਇਹ ਦੂਜਾ ਹਮਲਾ ਹੈ। ਫਿਲਹਾਲ ਕਿਸੇ ਨੇ ਵੀ ਹਾਲੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਅਤੇ ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਆਸਟ੍ਰੇਲੀਆ ਤੋਂ। ਆਸਟ੍ਰੇਲੀਆ ਦੇ ਵਿੱਚ ਵੀ ਕਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ, ਅਤੇ ਅਜਿਹੇ ਹਾਲਾਤਾਂ ਦੇ ਵਿੱਚ ਸਰਕਾਰ ਨੂੰ ਕਾਫੀ ਜ਼ਿਆਦਾ ਚਿੰਤਾ ਪੈ ਗਈ ਹੈ, ਅਤੇ ਸੁਰੱਖਿਆ ਦੇ ਤਹਿਤ ਦੇਸ਼ ਦੀ ਰਾਜਧਾਨੀ ਦੇ ਵਿੱਚ ਕਰੋਨਾ ਵਾਇਰਸ ਜਿਹੜੇ ਲੋਕਡਾਊਨ ਹੈ ਉਹ 2 ਹਫ਼ਤਿਆਂ ਲਈ ਵਧਾ ਦਿੱਤਾ ਗਿਆ ਹੈ, ਕਿਉਂਕਿ ਦੇਸ਼ ਦੇ ਵਿੱਚ ਕੋਵਿਡ-19 ਇਨਫੈਕਸ਼ਨ ਦੀ ਤੀਜੀ ਲਹਿਰ ਚੱਲ ਰਹੀ ਹੈ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਸਕਾਟਲੈਂਡ ਤੋਂ। ਸਕਾਟਲੈਂਡ ਦੇ ਵਿੱਚ ਆਉਣ ਵਾਲੀ ਯਾਤਰਾ ਸੰਬੰਧੀ ਕਰੋਨਾ ਨਿਯਮਾਂ ਤਹਿਤ ਪ੍ਰਾਈਵੇਟ ਕੰਪਨੀਆਂ ਦੇ ਕਰੋਨਾ ਟੈਸਟ ਦੀ ਵਰਤੋਂ ਹੁਣ ਕਰ ਸਕਣਗੇ, ਅਤੇ ਸਕਾਟਲੈਂਡ ਸਰਕਾਰ ਵੱਲੋਂ ਯਾਤਰੀਆਂ ਦੀ ਸਹੂਲਤ ਲਈ ਮਾਨਤਾ ਪ੍ਰਾਪਤ ਪ੍ਰਾਈਵੇਟ ਕੰਪਨੀਆਂ ਨੂੰ ਕਰੋਨਾ ਟੈਸਟ ਕਰਨ ਦੀ ਮਨਜ਼ੂਰੀ ਦਿੱਤੀ ਜਾਵੇਗੀ। ਅਤੇ ਇਸ ਯੋਜਨਾ ਦੇ ਤਹਿਤ ਹਰੀ ਜਾਂ ਗ੍ਰੀਨ ਜਾਂ ਐਂਬਰ ਲਿਸਟ ਦੇ ਵਿੱਚ ਵਾਲੇ ਦੇਸ਼ਾਂ ਤੋਂ ਸਕਾਟਲੈਂਡ ਦੇ ਵਿੱਚ ਆਉਣ ਵਾਲੇ ਯਾਤਰੀ ਨਿੱਜੀ ਖੇਤਰਾਂ ਦੇ ਵਿੱਚ ਕੋਵਿਡ-19 ਟੈਸਟਾਂ ਦੀ ਵਰਤੋਂ ਕਰਨ ਦੇ ਯੋਗ ਹੋਣਗੇ, ਅਤੇ ਇਹ ਨਵੀਂ ਤਬਦੀਲੀ ਸਰਕਾਰ ਅਨੁਸਾਰ ਸਤੰਬਰ ਦੇ ਸ਼ੁਰੂ ਦੇ ਵਿੱਚ ਲਾਗੂ ਹੋ ਸਕਦੀ ਹੈ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕਿ ਇਟਲੀ ਦੇ ਵਿੱਚ ਜਿਹੜੇ ਲੋਕ US ਕੈਨੇਡਾ ਤੋਂ ਆ ਰਹੇ ਹਨ, ਉਹਨਾਂ ਦੇ ਲਈ ਇਟਲੀ ਨੇ ਨਵੀਆਂ ਟਰੈਵਲ ਰਿਸਟ੍ਰਿਕਸ਼ਨਸ ਲਗਾਈਆਂ ਹਨ, ਜਿਹੜੀਆਂ ਕਿ ਅੱਜ ਯਾਨੀ ਕਿ 31 ਅਗਸਤ ਤੋਂ ਲਾਗੂ ਹੈ, ਅਤੇ ਇਸ ਦੀ ਜਾਣਕਾਰੀ ਇੱਥੇ ਦੇ ਹੈਲਥ ਮਿਨਿਸਟਰ ਰੋਬਰਟੋ ਸਪਰੈਂਸਾ ਜੀ ਦੁਆਰਾ ਦਿੱਤੀ ਗਈ ਹੈ। ਅਤੇ ਉਹਨਾਂ ਨੇ ਕਿਹਾ ਹੈ ਕਿ ਜੋ ਵੀ ਇਹ ਜਿਹੜਾ ਇਹਨਾਂ ਦੇਸ਼ਾਂ ਦੇ ਵਿੱਚੋਂ ਆਉਂਦਾ ਹੈ, ਜਾਂ ਫਿਰ ਇਹਨਾਂ ਦੇਸ਼ਾਂ ਦੇ ਵਿੱਚ ਪਿਛਲੇ 14 ਦਿਨਾਂ ਦੇ ਵਿੱਚੋਂ ਹੋ ਕੇ ਆਇਆ ਹੈ, ਅਤੇ ਉਸ ਨੂੰ ਆਪਣਾ ਜਦੋਂ ਵੀ ਉਹ ਇਟਲੀ ਦੇ ਵਿੱਚ ਐਂਟਰ ਕਰੇਗਾ ਉਸ ਨੂੰ ਕੋਵਿਡ-19 ਵੈਕਸੀਨੇਸ਼ਨ ਦਾ ਸਰਟੀਫਿਕੇਟ ਸ਼ੋਅ ਕਰਨਾ ਪਵੇਗਾ, ਜਿਸ ਦੇ ਵਿੱਚ ਉਹਦੀ ਫੁੱਲ ਵੈਕਸੀਨੇਸ਼ਨ ਹੋਈ ਹੋਵੇ, ਜਾਂ ਫਿਰ ਉਹ ਕੋਲ ਜਿਹੜਾ ਕੋਵਿਡ-19 ਦੇ ਨਾਲ ਰਿਕਵਰ ਹੋਇਆ ਪੇਸ਼ੈਂਟਸ ਹੋਵੇ, ਜਿਹੜਾ ਪਹਿਲਾਂ ਉਸ ਨੂੰ ਕੋਵਿਡ ਹੋਇਆ ਹੋਵੇ ਤਾਂ ਉਸ ਕੋਲ ਸਰਟੀਫਿਕੇਟ ਹੋਵੇ, ਜਿਹੜਾ ਕਿ ਲਗਭਗ ਪਿਛਲੇ 180 ਦਿਨਾਂ ਪਹਿਲਾਂ ਹੋਣਾ ਚਾਹੀਦਾ ਹੈ, ਜੋ ਕਿਸੇ ਲੋਕਲ ਹੈਲਥ ਅਥਾਰਟੀਜ਼ ਦੁਆਰਾ ਪ੍ਰਮਾਣਿਤ ਹੋਵੇ। ਅਤੇ ਇਸ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਇੱਕ ਮੋਲੀਕਿਊਲ ਜਿਹੜਾ PCR ਟੈਸਟ ਹੈਗਾ ਉਹ ਵੀ ਨੈਗੇਟਿਵ ਹੋਣਾ ਚਾਹੀਦਾ ਹੈ, ਜਾਂ ਫਿਰ ਰੈਪਿਡ ਐਂਟੀਜਨ ਟੈਸਟ ਜਿਹੜਾ ਕਿ 72 ਘੰਟੇ ਪਹਿਲਾਂ ਦਾ ਹੋਣਾ ਚਾਹੀਦਾ ਹੈ ਇਟਲੀ ਦੇ ਵਿੱਚ ਪਹੁੰਚਣ ਤੋਂ ਪਹਿਲਾਂ। ਅਤੇ ਇਸ ਤੋਂ ਬਾਅਦ ਇੰਡੀਆ, ਬੰਗਲਾਦੇਸ਼, ਸ਼੍ਰੀਲੰਕਾ ਅਤੇ ਬ੍ਰਾਜ਼ੀਲ ਦੀ ਕੰਟਰੀਜ਼ ਦੇ ਵਿੱਚੋਂ ਜਿਹੜੇ ਲੋਕ ਆ ਰਹੇ ਹਨ ਉਹਨਾਂ ਦੇ ਲਈ ਜਿਹੜੀਆਂ ਰੈਸਟ੍ਰਿਕਸ਼ਨਸ ਹੈਗੀਆਂ ਕਾਫੀ ਜ਼ਿਆਦਾ ਸਟ੍ਰਿਕਟ ਹੈ, ਅਤੇ ਉਹ ਖਾਸ ਜਿਹੜੇ ਸਰਕਮਸਟਾਂਸਿਸ ਪਰਿਸਥਿਤੀਆਂ ਦੇ ਵਿੱਚ ਉਹ ਇਟਲੀ ਦੇ ਵਿੱਚ ਐਂਟਰ ਕਰ ਸਕਦੇ ਹਾਂ। ਅਤੇ ਇਟਾਲੀਅਨ ਫੋਰਨ ਮਿਨਿਸਟਰੀ ਆਫ ਵਿਆਜੇ ਰਿਸਕੂਰੀ ਦੇ ਅਕੋਰਡਿੰਗ ਇਹਨਾਂ ਕੰਟਰੀਆਂ ਦੇ ਵਿੱਚੋਂ ਜਿਹੜੇ ਇਟਲੀ ਦੇ ਵਿੱਚ ਟਰੈਵਲ ਕਰਦੇ ਹਨ ਉਹਨਾਂ ਲਈ ਜਾਂ ਤਾਂ ਉਹਨਾਂ ਦਾ ਪ੍ਰੀ ਰਜਿਸਟਰਡ ਰੈਜ਼ੀਡੈਂਸ ਇਟਲੀ ਦੇ ਵਿੱਚ ਹੋਣਾ ਚਾਹੀਦਾ ਹੈ, ਜਾਂ ਫਿਰ ਉਹ ਲੋਕ ਇੱਥੇ ਆ ਸਕਦੇ ਹਨ ਜਿਨ੍ਹਾਂ ਦੇ ਪਿੱਛੇ ਬੱਚੇ, ਪਤੀ ਪਤਨੀ ਜਾਂ ਉਹਨਾਂ ਦੀ ਜਿਹੜੀ ਮਤਲਬ ਪਰਿਵਾਰ ਹੈ ਉਹ ਇਟਲੀ ਦੇ ਵਿੱਚ ਐਂਟਰ ਕਰ ਸਕਦੇ ਹਨ। ਅਤੇ ਵਿਦਿਆਰਥੀ ਜਿਹੜੇ ਆਪਣੇ ਸਟੱਡੀ ਪਰਪਸ ਦੇ ਲਈ ਆ ਰਹੇ ਹਨ ਇਟਲੀ ਦੇ ਵਿੱਚ ਉਹ ਇੱਥੇ ਐਂਟਰ ਕਰ ਸਕਦੇ ਹਨ। ਅਤੇ ਜਿਹੜੇ ਵੀ ਪੈਸੰਜਰਸ ਜਾਂ ਯਾਤਰੀ ਇਹਨਾਂ ਕੰਟਰੀਆਂ ਦੇ ਵਿੱਚੋਂ ਆਉਂਦੇ ਹਨ ਉਹਨਾਂ ਦੇ ਲਈ ਇਟਲੀ ਦੇ ਵਿੱਚ ਪਹੁੰਚਣ ਤੋਂ ਪਹਿਲਾਂ ਕੋਵਿਡ ਟੈਸਟ ਉਹਨਾਂ ਦਾ ਨੈਗੇਟਿਵ ਹੋਣਾ ਚਾਹੀਦਾ ਹੈ, ਅਤੇ ਇੱਥੇ ਆ ਕੇ ਉਹਨਾਂ ਨੂੰ 10 ਦਿਨ ਦਾ ਕੁਆਰੰਟਾਈਨ ਵੀ ਸਪੈਂਡ ਕਰਨਾ ਪਵੇਗਾ। ਉਹਨਾਂ ਦਾ ਆਈਸੋਲੇਸ਼ਨ ਪੀਰੀਅਡ ਯਾਨੀ ਕਿ ਉਹਨਾਂ ਦਾ ਇਕਾਂਤਵਾਸ ਦਾ ਜਿਹੜਾ ਟਾਈਮ ਖਤਮ ਹੋ ਜਾਵੇਗਾ, ਅਤੇ ਉਸ ਤੋਂ ਬਾਅਦ ਉਹਨਾਂ ਨੂੰ ਦੁਬਾਰਾ ਫਿਰ ਕੋਵਿਡ ਟੈਸਟ ਕਰਵਾਉਣਾ ਪਵੇਗਾ। ਅਤੇ ਜਿਹੜਾ ਇਹ ਰੈਸਟ੍ਰਿਕਸ਼ਨ ਹੈਗੀ ਹੈ ਇਹ ਉਹਨਾਂ ਸਾਰਿਆਂ ਲੋਕਾਂ 'ਤੇ ਲਾਗੂ ਹੁੰਦੀ ਹੈ ਜਿਹੜੇ ਇਟਲੀ ਵਿੱਚ ਆ ਰਹੇ ਹਨ ਅਤੇ ਪਿਛਲੇ 14 ਦਿਨਾਂ ਦੇ ਵਿੱਚ ਇਹਨਾਂ ਕੰਟਰੀਆਂ ਦੇ ਵਿੱਚੋਂ ਪਾਸ ਹੋ ਕੇ ਆਏ ਹਨ। ਅਤੇ ਇਹ ਜਿਹੜਾ ਨਵਾਂ ਰੂਲ ਹੈਗਾ ਆ ਇਹ 25 ਅਕਤੂਬਰ ਤੱਕ ਇਸੇ ਤਰ੍ਹਾਂ ਹੀ ਰਹੇਗਾ। ਇਟਲੀ ਸਰਕਾਰ ਨੇ ਇਹ ਪਾਬੰਦੀਆਂ ਕੁਝ ਫਰਜ਼ੀ ਜਿਹੜੇ ਨਕਲੀ ਕੋਵਿਡ ਰਿਪੋਰਟਾਂ ਬਣਵਾ ਕੇ ਐਂਟਰ ਕਰਦੇ ਹਨ ਉਹਨਾਂ ਦੇ ਕਰਕੇ ਲਗਾਈ ਹੈ, ਅਤੇ ਜਿਸ ਤੋਂ ਹੁਣ ਇੰਡੀਅਨ ਲੋਕਾਂ ਨੂੰ ਸਿੱਖਣ ਦੀ ਲੋੜ ਹੈ ਤਾਂ ਕਿ ਕਿਸੇ ਇੱਕ ਦੀ ਗਲਤੀ ਦੇ ਨਾਲ ਪੂਰੇ ਦੇਸ਼ ਨੂੰ ਸ਼ਰਮਿੰਦਗੀ ਦਾ ਕਾਰਨ ਨਾ ਬਣਨਾ ਪਵੇ। ਇਸੇ ਅੱਜ ਦੇ ਕੁਝ ਖਾਸ ਖਬਰਾਂ ਇਸ ਨਾਲ ਹੀ ਆਪਾਂ ਵੀਡੀਓ ਖਤਮ ਕਰਦੇ ਹਾਂ। ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ। ਵੀਡੀਓ ਦੇਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ।